15 ਤੋਂ 20 ਕਿਸਮ ਦੇ ਟੈਕਸ ਵਪਾਰੀ ਭਰਦਾ ਵਾ, ਲੇਕਿਨ ਉਹਨੂੰ ਉਹਦੇ ਮੁਤਾਬਕ ਕੋਈ ਫੈਸਿਲਿਟੀ ਨਹੀਂ। ਅੱਜ ਜਿਹੜੀ ਵੀ ਸਰਕਾਰ ਆਈ ਆ, ਕਿਸੇ ਸਰਕਾਰ ਨੇ ਕੋਈ ਫੈਸਿਲਿਟੀ ਨਹੀਂ ਦਿੱਤੀ। ਕੋਈ ਵੀ ਸਰਕਾਰ ਆਵੇ ਉਹ ਆਪਣਾ ਹੀ ਸੋਚਦੀ ਹੈ, ਕਿਸੇ ਬੰਦੇ ਦਾ ਤਾਂ ਇੰਨਾ ਖਾਸ ਸੋਚਿਆ ਨਹੀਂ ਜਾਂਦਾ। ਕੋਈ ਵੀ ਸਰਕਾਰ ਸੈਂਟਰ ਗਵਰਨਮੈਂਟ ਹੋਵੇ ਚਾਹੇ ਪੰਜਾਬ ਗਵਰਨਮੈਂਟ ਹੋਵੇ, ਉਹਨਾਂ ਨੇ ਸਰਕਾਰ ਨੇ ਵਪਾਰੀਆਂ ਲਈ ਕੁਝ ਨਹੀਂ ਸੋਚਿਆ। ਚੋਣ ਨੇੜੇ ਆਂਦੀ ਆ, ਸਾਰੀਆਂ ਹੀ ਪਾਰਟੀਆਂ ਆਪਣੇ ਆਪਣੇ ਮੈਨੀਫੈਸਟੋ ਦਿੰਦੀਆਂ ਵਾ, ਵਾਅਦੇ ਕਰਦੀਆਂ ਵਾ ਲੋਕਾਂ ਦੇ ਨਾਲ, ਲੇਕਿਨ ਕਦੇ ਵੀ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਅੱਜ ਤੱਕ। ਦਿੱਲੀ ਦੀ ਸਰਕਾਰ ਉੱਥੇ ਦੀ ਹੈਲਪਫੁਲ ਰਹੀ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਬਾਕੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਵਪਾਰੀਆਂ ਨੂੰ ਨਹੀਂ ਸੁਵਿਧਾ ਮਿਲੀ। ਹਰ ਬੰਦਾ ਇੱਕੋ ਹੀ ਗੱਲ ਕਹਿੰਦਾ ਵਾ, ਲੀਡਰ ਸੇਵਾ ਕੀਤੀ ਆ, ਸੇਵਾ ਕਰਦੇ ਆ, ਸੇਵਾ ਕਰਦੇ ਰਵਾਂਗੇ। ਦਿੱਲੀ ਦੀ ਜਨਤਾ ਜਿਹੜੀ ਸਭ ਤੋਂ ਪੜ੍ਹੀ ਲਿਖੀ ਜਨਤਾ ਵਾ, ਨਹੀਂ ਤਾਂ ਮਤਲਬ ਨਕਾਰ ਕੇ ਰੱਖ ਦਿੰਦੀ ਅਗਰ ਮਤਲਬ ਉਹਨਾਂ ਦੀਆਂ ਕੋਈ ਉਹਨਾਂ ਦੇ ਵਾਅਦੇ, ਉਹਨਾਂ ਦੇ ਮੈਨੀਫੈਸਟੋ, ਉਹਨਾਂ ਦੀਆਂ ਕੋਈ ਗੱਲਾਂ ਚੰਗੀਆਂ ਲੱਗੀਆਂ ਤਾਂ ਤੀਸਰੀ ਵਾਰ ਸਰਕਾਰ ਰਿਪੀਟ ਹੋਈ ਆ। ਜਿਹੜਾ ਵਪਾਰੀ ਵਰਗ ਆ, ਇਹਦਾ ਸਰਕਾਰ ਬਣਾਉਣ ਦੇ ਵਿੱਚ ਬਹੁਤ ਬੜਾ ਯੋਗਦਾਨ ਹੁੰਦਾ ਵਾ। ਮਤਲਬ ਜੋ ਟਾਈਮ ਚੱਲ ਰਿਹਾ ਵਾ, ਪਹਿਲਾਂ ਨੋਟਬੰਦੀ ਚੱਲੀ, ਫਿਰ GST ਆਇਆ, ਲਗਾਤਾਰ ਕਰੋਨਾ ਚੱਲ ਰਿਹਾ ਵਾ, ਵਪਾਰੀ ਨੂੰ ਬਹੁਤ ਮਾਰਾਂ ਪਈਆਂ ਵਾ। ਜਿਹੜਾ ਪਬਲਿਕ ਦੇ ਵਿੱਚ ਵਿਚਰੇਗਾ, ਜਿਹੜਾ ਮਤਲਬ ਪਬਲਿਕ ਦੀ ਗੱਲ ਸੁਣੇਗਾ, ਉਹੀ ਵੋਟਾਂ ਦਾ ਹੱਕਦਾਰ ਹੋਏਗਾ। ਸਾਇਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਜਿਵੇਂ ਕਿ 2022 ਦੀਆਂ ਚੋਣਾਂ ਨਜ਼ਦੀਕ ਆਉਣ ਵਾਲੀਆਂ ਤੇ ਹਰੇਕ ਪਾਰਟੀ ਵੱਲੋਂ ਮੈਨੀਫੈਸਟੋ ਦੇ ਵਿੱਚ ਵਪਾਰੀ ਵਰਗ ਨੂੰ ਵੀ ਫਾਇਦੇ ਦੇਣ ਦੇ ਵਾਅਦੇ ਕੀਤੇ ਜਾਣਗੇ। 2017 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਵੀ ਕਈ ਵਾਅਦੇ ਕੀਤੇ ਗਏ ਸੀਗੇ। ਉਹ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਵਪਾਰੀ ਵਰਗ ਦੇ ਕੋਲ ਵੀ ਆਏ ਹਾਂ ਗੱਲਬਾਤ ਕਰਨ ਦੀ। ਅਸੀਂ ਜਲੰਧਰ ਦੇ ਫਗਵਾੜਾ ਗੇਟ ਮਾਰਕੀਟ ਦੇ ਵਿੱਚ ਖੜੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿਵੇਂ ਦੇਖਦੇ ਹੋ ਕਿ 2017 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕਈ ਵਾਅਦੇ ਕੀਤੇ ਗਏ ਸੀਗੇ ਕਿ ਵਪਾਰੀ ਵਰਗ ਨੂੰ ਫਾਇਦਾ ਦਿੱਤਾ ਜਾਏਗਾ, ਹੁਣ ਸਮਾਂ ਗੁਜ਼ਰ ਰਿਹਾ ਹੈ, ਖਤਮ ਹੀ ਹੋਣ ਵਾਲਾ ਕਾਂਗਰਸ ਪਾਰਟੀ ਦਾ। ਕੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੇ ਕੀ ਫਾਇਦੇ ਦਿੱਤੇ ਨੇ ਵਪਾਰੀਆਂ ਨੂੰ? ਅਸੀਂ ਨਾ ਉਮੀਦ ਕਰਦੇ ਹਾਂ, ਨਾ ਪਹਿਲਾਂ ਕੀਤੀ ਹੈ, ਨਾ ਅੱਜ ਕਰ ਰਹੇ ਹਾਂ, ਨਾ ਕੱਲ੍ਹ ਕਰਨੀ ਹੈ। ਸਾਡੀ ਸਰਕਾਰ ਬਹੁਤ ਅੱਛੀ ਹੈ, ਅਸੀਂ ਇਹਦੇ ਵੈਲ ਵਿਸ਼ਰ ਹਾਂ। ਜੋ ਕਰਨਗੇ ਵਧੀਆ ਕਰਨਗੇ। ਥੈਂਕ ਯੂ। ਇੱਕ ਚੀਜ਼ ਹੈ ਕਿ ਵਪਾਰੀਆਂ ਨੂੰ ਫਾਇਦਾ ਵੀ ਹੁੰਦਾ ਹੈ, ਨੁਕਸਾਨ ਵੀ। ਕਰੋਨਾ ਦੇ ਸਮੇਂ ਦੇ ਵਿੱਚ ਕਾਫੀ ਨੁਕਸਾਨ ਵਪਾਰੀਆਂ ਨੂੰ ਹੋਇਆ। ਕੀ ਸਰਕਾਰ ਨੇ ਕੀ ਮਦਦ ਕੀਤੀ ਉਸ ਸਮੇਂ ਦੇ ਵਿੱਚ? ਮੈਂ ਸੁਰੇਸ਼ ਗੁਪਤਾ, ਚੀਫ ਆਰਗੇਨਾਈਜ਼ਰ ਜਲੰਧਰ ਇਲੈਕਟ੍ਰੀਕਲ ਟ੍ਰੇਡਰਸ ਵੈਲਫੇਅਰ ਐਸੋਸੀਏਸ਼ਨ। ਦੇਖੋ ਜੀ, ਗੱਲ ਇਹ ਆ, ਚੋਣਾਂ ਦਾ ਟਾਈਮ ਆ ਚੁੱਕਿਆ ਵਾ। ਹਰ 5 ਸਾਲ ਬਾਅਦ ਚੋਣਾਂ ਹੁੰਦੀਆਂ ਵਾ, ਔਰ ਜਿਹੜਾ ਵਪਾਰੀ ਵਰਗ ਆ, ਇਹਦਾ ਸਰਕਾਰ ਬਣਾਉਣ ਦੇ ਵਿੱਚ ਬਹੁਤ ਬੜਾ ਯੋਗਦਾਨ ਹੁੰਦਾ ਵਾ। ਹਮੇਸ਼ਾ ਹੀ ਯੋਗਦਾਨ ਰਿਹਾ ਵਾ। ਸਰਕਾਰਾਂ ਵਪਾਰੀ ਵਰਗ ਬਣਾਉਂਦਾ ਵਾ, ਔਰ ਵਪਾਰੀ ਵਰਗ ਹੀ ਸਰਕਾਰ ਨੂੰ ਗਿਰਾਉਂਦਾ ਵਾ। ਸੋ ਮਤਲਬ ਜੋ ਟਾਈਮ ਚੱਲ ਰਿਹਾ ਵਾ, ਪਹਿਲਾਂ ਨੋਟਬੰਦੀ ਚੱਲੀ, ਫਿਰ GST ਆਇਆ, ਲਗਾਤਾਰ ਕਰੋਨਾ ਚੱਲ ਰਿਹਾ ਵਾ, ਵਪਾਰੀ ਨੂੰ ਬਹੁਤ ਮਾਰਾਂ ਪਈਆਂ ਵਾ। ਕੋਈ ਕਿਸਾਨ ਆ, ਚਾਹੇ ਕੋਈ ਸਰਕਾਰੀ ਨੌਕਰੀ ਕਰਦਾ ਵਾ, ਮੀਂਹ ਹੋਵੇ, ਹਨੇਰੀ ਹੋਵੇ, ਕੋਈ ਲੋਕਡਾਊਨ ਚੱਲਿਆ ਵਾ, ਕਰੋਨਾ 'ਚ ਬੰਦ ਰਹੇ ਆ, ਉਹਨਾਂ ਨੂੰ ਤਨਖਾਹਾਂ ਪੂਰੀਆਂ ਮਿਲਦੀਆਂ ਵਾ, ਲੇਕਿਨ ਵਪਾਰੀ ਦਾ ਕਾਰੋਬਾਰ ਬਿਲਕੁਲ ਡਾਊਨ ਹੋ ਗਿਆ ਹੋਇਆ। 2 ਸਾਲਾਂ ਦੇ ਵਿੱਚ ਜੋ ਹਾਲਤ ਬਣੇ ਆ, ਵਪਾਰੀ ਵਰਗ ਬਹੁਤ ਜ਼ਿਆਦਾ ਪਰੇਸ਼ਾਨ ਆ। ਔਰ ਅਸੀਂ ਕੋਈ ਵੀ ਸਰਕਾਰ ਤਾਂ ਕਿਸੇ ਨਾ ਕਿਸੇ ਨੂੰ ਵੋਟ ਤਾਂ ਪਾਣੀ ਪੈਂਦੀ ਆ। ਅਸੀਂ ਇਹ ਉਮੀਦ ਕਰਦੇ ਹਾਂ ਵਪਾਰੀਆਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਵਾ, ਔਰ ਵਪਾਰੀਆਂ ਨੂੰ ਵੀ ਕੋਈ ਜਿਸ ਤਰ੍ਹਾਂ ਮਤਲਬ ਕਿਸਾਨ ਦੀ ਫਸਲ ਖਤਮ ਹੁੰਦੀ ਆ, ਖਰਾਬ ਹੁੰਦੀ ਆ, ਤਾਂ ਉਹਨਾਂ ਨੂੰ ਮੁਆਵਜ਼ਾ ਮਿਲਦਾ ਵਾ, ਲੇਕਿਨ ਵਪਾਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ। ਜਦ ਕਿ ਵਪਾਰੀ ਵਰਗ ਸਭ ਤੋਂ ਜ਼ਿਆਦਾ ਟੈਕਸ ਭਰਦਾ ਵਾ, ਚਾਹੇ ਉਹ ਇਨਕਮ ਟੈਕਸ ਹੋਵੇ, ਚਾਹੇ ਉਹ GST ਹੋਵੇ, ਚਾਹੇ ਉਹ ਟੋਲ ਟੈਕਸ ਹੋਵੇ, ਚਾਹੇ ਉਹ ਮਤਲਬ ਪਤਾ ਨਹੀਂ 15 ਤੋਂ 20 ਕਿਸਮ ਦੇ ਟੈਕਸ ਵਪਾਰੀ ਭਰਦਾ ਵਾ, ਲੇਕਿਨ ਉਹਨੂੰ ਉਹਦੇ ਮੁਤਾਬਕ ਕੋਈ ਫੈਸਿਲਿਟੀ ਨਹੀਂ। ਅੱਜ ਜਿਹੜੀ ਵੀ ਸਰਕਾਰ ਆਈ ਆ, ਕਿਸੇ ਸਰਕਾਰ ਨੇ ਕੋਈ ਫੈਸਿਲਿਟੀ ਨਹੀਂ ਦਿੱਤੀ। ਅਸੀਂ ਇਹੀ, ਔਰ ਸੀਨੀਅਰ ਸਿਟੀਜ਼ਨ ਦੇ ਲਈ ਵੀ ਕੋਈ ਮਤਲਬ ਇੱਦਾਂ ਦੀ ਫੈਸਿਲਿਟੀ ਨਹੀਂ ਹੈਗੀ ਜਿਹੜੀ ਕਿ ਸਰਕਾਰ ਦਿੰਦੀ ਹੋਵੇ। ਬਸ ਸੋ ਅਸੀਂ ਇਹੀ ਕਹਿੰਦੇ ਹਾਂ, ਜਿਹੜੀ ਵੀ ਸਰਕਾਰ ਆਏਗੀ, ਬਸ ਅਸੀਂ ਇਹੀ ਉਮੀਦ ਕਰਦੇ ਹਾਂ ਵਪਾਰੀਆਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ। ਜੈ ਹਿੰਦ। ਹੁਣ ਜਿਵੇਂ 2022 ਦੀਆਂ ਚੋਣਾਂ ਨਜ਼ਦੀਕ ਆ ਚੁੱਕੀਆਂ ਨੇ, ਮਾਰਚ ਦੇ ਵਿੱਚ ਇਲੈਕਸ਼ਨ ਦੀ ਡੇਟ ਕਲੀਅਰ ਕਰ ਦਿੱਤੀ ਗਈ ਹੈ। ਹੁਣ ਫਿਰ ਸਰਕਾਰਾਂ ਵੱਲੋਂ ਮੈਨੀਫੈਸਟੋ ਆਉਣਗੇ, BJP ਵੱਲੋਂ ਵੱਖਰਾ ਆਏਗਾ, ਉਹਦੇ ਵਿੱਚ ਵੀ ਵਪਾਰੀ ਵਰਗ ਨੂੰ ਫਾਇਦੇ ਦੇ ਲਈ ਸਮਝਾਇਆ ਜਾਏਗਾ ਕਿ ਇਹ ਬੈਨੀਫਿਟ ਦੇਵਾਂਗੇ ਜੇ ਸਾਡੀ ਸਰਕਾਰ ਬਣਦੀ ਹੈ।
ਤੇ ਕਾਂਗਰਸ ਵੱਲੋਂ ਫਿਰ ਦੁਬਾਰਾ ਮੈਨੀਫੈਸਟੋ ਆਏਗਾ, ਅਕਾਲੀ ਦਲ ਤੇ ਬਸਪਾ ਵੱਲੋਂ ਅਲੱਗ ਆਏਗਾ। ਕੀ ਆਸ ਰੱਖਦੇ ਹੋ ਕਿ ਕਿਹੜੀ ਪਾਰਟੀ ਨੂੰ ਚੁਣਨਾ ਚਾਹੋਗੇ? ਕਿਉਂਕਿ ਅਕਾਲੀ ਦਲ ਦਾ ਸਮਾਂ ਵੀ ਦੇਖ ਲਿਆ, ਕਾਂਗਰਸ ਦੇ 5 ਸਾਲ ਵੀ ਪੂਰੇ ਹੋ ਚੱਲੇ ਨੇ ਤੇ ਉਹ ਵੀ ਤੁਸੀਂ ਦੇਖ ਲਿਆ, ਕੋਈ ਫਾਇਦਾ ਹੋਇਆ ਹੈ? ਦੇਖੋ ਜੀ, ਜਦੋਂ ਵੀ ਚੋਣ ਨੇੜੇ ਆਉਂਦੀ ਆ ਸਾਰੀਆਂ ਹੀ ਪਾਰਟੀਆਂ ਆਪਣੇ ਆਪਣੇ ਮੈਨੀਫੈਸਟੋ ਦਿੰਦੀਆਂ ਵਾ, ਵਾਅਦੇ ਕਰਦੀਆਂ ਵਾ ਲੋਕਾਂ ਦੇ ਨਾਲ, ਲੇਕਿਨ ਕਦੇ ਵੀ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਅੱਜ ਤੱਕ। ਲਗਾਤਾਰ ਤਕਰੀਬਨ ਅੱਜ 62 ਸਾਲ ਦੀ ਉਮਰ ਹੋ ਗਈ ਮੇਰੀ, ਇਹਦੇ 'ਚ ਘੱਟ ਤੋਂ ਘੱਟ ਵੀ 10-12 ਮਤਲਬ 7-8 ਇਲੈਕਸ਼ਨ ਤਾਂ ਅਸੀਂ ਦੇਖ ਚੁੱਕੇ ਹਾਂ ਆਪਣੀ ਨਜ਼ਰ ਦੇ ਵਿੱਚ। ਜੋ ਵੀ ਵਾਅਦੇ ਕਰਦੀਆਂ ਵਾ ਉਹ ਨਿਭਾਉਂਦੀਆਂ ਨਹੀਂ ਹੈ। ਇੱਕ ਇਲੈਕਸ਼ਨ ਸਟੰਟ ਹੁੰਦਾ, ਉਹ ਸਭ ਮਤਲਬ ਫੋਕੀਆਂ ਗੱਲਾਂ ਹੀ ਹੁੰਦੀਆਂ ਵਾ। ਵਾਅਦੇ ਕਰਨ ਵੇਲੇ ਮਤਲਬ ਜਿਹੜਾ ਵੀ ਆਂਦਾ ਵਾ ਹਰ ਬੰਦਾ ਇੱਕੋ ਹੀ ਗੱਲ ਕਹਿੰਦਾ ਵਾ, ਲੀਡਰ ਸੇਵਾ ਕੀਤੀ ਆ, ਸੇਵਾ ਕਰਦੇ ਆ, ਸੇਵਾ ਕਰਦੇ ਰਵਾਂਗੇ। ਲੇਕਿਨ ਜਦੋਂ ਕੋਈ ਗੱਲ ਇਦਾਂ ਦੀ ਹੁੰਦੀ ਆ, ਹਾਈ ਕਮਾਂਡ ਟਿਕਟ ਮਤਲਬ ਕਿਸੇ ਹੋਰ ਦੂਸਰੇ ਲੀਡਰ ਨੂੰ ਦੇ ਦਿੰਦੀ ਆ, ਤਾਂ 1 ਮਿੰਟ ਦੇ ਵਿੱਚ ਪਾਰਟੀ ਬਦਲ ਦਿੰਦੇ ਆ। ਇਸ ਕਰਕੇ ਮਤਲਬ ਇਹਦੇ ਬਾਰੇ ਮਤਲਬ ਸਾਰਿਆਂ ਨੂੰ ਪਤਾ ਹੀ ਆ। ਬਾਕੀ ਲੋਕ ਸਮਝਦਾਰ ਆ, ਪਬਲਿਕ ਸਮਝਦਾਰ ਆ, ਆਪੇ ਵੋਟਾਂ ਪਾ ਕੇ ਇਹਦਾ ਰਿਜ਼ਲਟ ਸਾਹਮਣੇ ਆਏਗਾ। ਜੈ ਹਿੰਦ, ਜੈ ਭਾਰਤ। ਤੁਸੀਂ ਖੁਸ਼ ਹੋ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਿ ਵਪਾਰੀਆਂ ਦੇ ਲਈ ਉਹਨਾਂ ਨੇ ਕੀ ਕੁਛ ਕੀਤਾ? ਦੇਖੋ ਜੀ, ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਕਾਂਗਰਸ ਤੋਂ ਖੁਸ਼ ਹੈ ਤੇ ਕਿਸੇ ਤੋਂ ਖੁਸ਼ ਹੈ। ਇਹ ਤੇ ਗੱਲ ਤਾਂ ਉਹੀ ਰਹਿ ਜਾਂਦੀ ਹੈ ਕਿ ਜਾਂਦੀਆਂ ਭਾਰਾਂ ਲੁਟਾਉਣੀਆਂ। ਪਰ 4.5 ਸਾਲ ਹਰ ਕੋਈ ਪਰੇਸ਼ਾਨ ਹੀ ਰਹਿੰਦਾ। ਕੋਈ ਵੀ ਸਰਕਾਰ ਆਵੇ ਉਹ ਆਪਣਾ ਹੀ ਸੋਚਦੀ ਹੈ, ਕਿਸੇ ਬੰਦੇ ਦਾ ਤਾਂ ਇੰਨਾ ਖਾਸ ਸੋਚਿਆ ਨਹੀਂ ਜਾਂਦਾ। ਤੁਹਾਡਾ ਕੀ ਐਕਸਪੀਰੀਅੰਸ ਹੈ ਜਾਂ 4.5 ਸਾਲ? ਨਹੀਂ, ਸਾਡਾ ਐਕਸਪੀਰੀਅੰਸ ਤਾਂ ਇਹੀ ਹੈ ਕਿ ਨਾਰਮਲ ਹੀ ਰਿਹਾ, ਪਰ ਅਸੀਂ ਲੋਕ ਜਿਹੜੇ ਬਿਜ਼ਨਸ ਕਲਾਸ ਆ ਉਹ ਡਾਊਨਫਾਲ ਹੀ ਹੈ, ਕੋਈ ਇੰਨਾ ਨਹੀਂ ਅਪਗ੍ਰੇਡ ਨਹੀਂ ਹੋਏ ਅਸੀਂ ਲੋਕ। ਕਰੋਨਾ ਦੇ ਵਿੱਚ ਪੰਜਾਬ ਸਰਕਾਰ ਨੇ ਕਿੰਨੀ ਕੁ ਮਦਦ ਕੀਤੀ ਵਪਾਰ? ਨਹੀਂ, ਬਿਲਕੁਲ ਨਹੀਂ ਜੀ, ਕੋਈ ਮਦਦ ਨਹੀਂ ਹੋਈ ਜੀ। ਮੀਡੀਓਕਰ ਤਾਂ ਹਮੇਸ਼ਾ ਹੀ ਫਸਿਆ ਤਾਂ ਫਸਦੇ ਹੀ ਰਹਿਣਾ, ਔਰ ਖਾਸ ਕਰ ਵਪਾਰੀ ਤਾਂ ਉੱਦਾਂ ਹੀ ਡੁੱਬਦਾ ਹੀ ਹੈ। ਉਹ ਹੈਲਪ ਹੀ ਕਰਦਾ, ਉਲਟਾ ਉਹਨੂੰ ਮਿਲਦਾ ਨਹੀਂ ਹੈ। ਜਿਵੇਂ ਤੁਹਾਡੇ ਦਿੱਲੀ ਦੇ ਵਪਾਰੀਆਂ ਦੇ ਨਾਲ ਵੀ ਗੱਲਬਾਤ ਹੁੰਦੀ ਹੋਏਗੀ ਕਿ ਤੁਸੀਂ ਦਿੱਲੀ ਤੋਂ ਮਾਲ ਮੰਗਵਾਉਂਦੇ ਹੋ, ਉੱਥੇ ਦੇ ਵਪਾਰੀਆਂ ਦੇ ਨਾਲ ਉਹਨਾਂ ਨੇ ਉੱਥੇ ਦੀ ਸਰਕਾਰ ਦੇ ਬਾਰੇ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਕਿ ਉੱਥੇ ਦੀਆਂ ਸਰਕਾਰਾਂ ਉਹਨਾਂ ਨੂੰ ਬੈਨੀਫਿਟ ਦੇ ਰਹੀਆਂ? ਨੈਚੁਰਲੀ ਇਹ ਤਾਂ ਫਰਕ ਹੈਗਾ ਹੀ ਹੈ। ਦਿੱਲੀ ਦੀ ਸਰਕਾਰ ਉੱਥੇ ਦੀ ਹੈਲਪਫੁਲ ਰਹੀ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਬਾਕੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਵਪਾਰੀਆਂ ਨੂੰ ਨਹੀਂ ਸੁਵਿਧਾ ਮਿਲੀ। ਤੁਹਾਡਾ ਕੀ ਕਹਿਣਾ ਸੀ? ਦੇਖੋ ਜੀ, ਮੈਂ ਜਲੰਧਰ ਇਲੈਕਟ੍ਰੀਕਲ ਟ੍ਰੇਡਰ ਵੈਲਫੇਅਰ ਐਸੋਸੀਏਸ਼ਨ ਤੋਂ ਜੋਏ ਮਲਿਕ। ਦੇਖੋ, ਵਪਾਰੀ ਪਿਛਲੇ ਕਰੋਨਾ ਕਾਲ 'ਚ ਵੀ 2 ਸਾਲ ਤੋਂ ਬਹੁਤ ਪਰੇਸ਼ਾਨ ਹੈ। ਕੋਈ ਵੀ ਸਰਕਾਰ, ਸੈਂਟਰ ਗਵਰਨਮੈਂਟ ਹੋਵੇ ਚਾਹੇ ਪੰਜਾਬ ਗਵਰਨਮੈਂਟ ਹੋਵੇ, ਉਹਨਾਂ ਨੇ ਸਰਕਾਰ ਨੇ ਵਪਾਰੀਆਂ ਲਈ ਕੁਝ ਨਹੀਂ ਸੋਚਿਆ। ਜੋ ਕੋਈ ਬਿਜਲੀ ਵਾਸਤੇ, ਉਹ ਹੁਣ ਚੰਨੀ ਸਾਹਿਬ ਵੀ ਆਏ, ਉਹਨਾਂ ਨੇ ਚਲੋ ਬਿਜਲੀ ਦਾ ਕੀਤਾ, ਬਟ ਵਪਾਰੀਆਂ ਲਈ ਹਜੇ ਤੱਕ ਕੁਝ ਨਹੀਂ ਕੀਤਾ। ਆਪਾਂ ਤਾਂ ਇਹੀ ਕਹਿੰਦੇ ਵੀ ਸਾਡੇ ਵਪਾਰੀਆਂ ਲਈ ਜ਼ਰੂਰ ਸੋਚਿਆ ਜਾਵੇ, ਜਿਹੜੀ ਵੀ ਸਰਕਾਰ ਆਵੇ, ਬਟ ਵਪਾਰੀਆਂ ਨੂੰ ਨਾਲ ਲੈ ਕੇ ਅੱਗੇ ਚੱਲੇ। ਕਰੋਨਾ ਦੇ ਸਮੇਂ ਦੇ ਵਿੱਚ ਵਪਾਰੀ ਕਾਫੀ ਕੰਮਕਾਰ ਵੀ ਛੱਡ ਗਏ ਨੇ, ਕਿਉਂਕਿ ਇੱਕ ਵਪਾਰੀ ਦੇ ਕੋਲ ਜੇ 4-5 ਲੜਕੇ ਕੰਮ ਕਰਦੇ ਸੀਗੇ, ਸਟਾਫ ਵੀ ਘਟਾਇਆ ਗਿਆ। ਤੁਹਾਨੂੰ ਕੀ ਲੱਗਦਾ ਹੈ ਕਿ ਕਰੋਨਾ ਦੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਕੀ ਤੁਹਾਡੇ ਲਈ ਕਰਨਾ ਚਾਹੀਦਾ ਸੀ ਤੇ ਉਹਨਾਂ ਨੇ ਕੀ ਕੀਤਾ? ਦੇਖੋ ਜੀ, ਬੈਨੀਫਿਟ ਟੈਕਸ ਵਗੈਰਾ ਕੁਝ ਘਟਾ ਦੇਣ, ਕੁਝ ਐਕਸਟਰਾ ਸਾਨੂੰ, ਜਿੱਦਾਂ ਲੋਕਾਂ ਵਪਾਰੀਆਂ ਦੀ ਲਿਮਟਾਂ ਬਣੀਆਂ, ਉਹਦੇ ਲਈ ਵੀ ਕੁਝ ਵੀ ਮਤਲਬ ਇਹਨਾਂ ਨੇ ਹਜੇ ਇਦਾਂ ਵਧੀਆ ਕੋਈ ਹੋਇਆ ਨਹੀਂ ਜੋ ਚੀਜ਼ ਹੋਣੀ ਚਾਹੀਦੀ ਹੈ। ਵਪਾਰੀ ਨੂੰ ਤਾਂ ਦੇਖੋ ਕੁਝ ਦਿਓਗੇ ਤੇ ਵਪਾਰੀ ਨਾਲ ਚੱਲਦਾ। ਕੋਈ ਵੀ ਸਰਕਾਰ ਆਉਂਦੀ ਹੈ ਵਪਾਰੀਆਂ ਨੂੰ ਹਰ ਕੁਝ ਕਹਿ ਕੇ ਚਲੀ ਜਾਂਦੀ ਹੈ, ਬਟ ਵਪਾਰੀਆਂ ਲਈ ਅਜੇ ਤੱਕ ਕੁਝ ਹੋਇਆ ਨਹੀਂ ਹੈ। ਇੱਕ ਚੀਜ਼ ਹੈ ਕਿ ਕਰੋਨਾ ਦੇ ਸਮੇਂ ਵਪਾਰੀਆਂ ਨੇ ਵੀ ਬਹੁਤ ਲੋਕਾਂ ਦੀ ਮਦਦ ਕੀਤੀ। ਸਰਕਾਰ ਨੇ ਕਿਹਾ ਸੀਗਾ ਕਿ ਸਾਡੇ CM ਕੇਅਰ ਫੰਡ ਦੇ ਵਿੱਚ ਪੈਸੇ ਪਾਓ ਕਿ ਅਸੀਂ ਆਮ ਲੋਕਾਂ ਤੱਕ ਪਹੁੰਚਾਣੇ। ਵਪਾਰੀਆਂ ਨੇ ਆਪਣਾ ਨੁਕਸਾਨ ਦੇਖੇ ਬਗੈਰ ਪੈਸੇ ਕਾਫੀ ਭੇਜੇ ਸੀਗੇ ਸਰਕਾਰ ਦੇ ਖਜ਼ਾਨੇ ਦੇ ਵਿੱਚ, ਪਰ ਸਰਕਾਰ ਨੂੰ ਰਾਹਤ ਤਾਂ ਦੇਣੀ ਚਾਹੀਦੀ ਸੀ ਵਪਾਰੀਆਂ ਨੂੰ। ਹਾਂ, ਬਿਲਕੁਲ ਦੇਣੀ ਚਾਹੀਦੀ ਸੀ। ਸਗੋਂ ਆਪਾਂ ਲੋਕਾਂ ਨੇ ਆਪਣੇ ਮਾਰਕੀਟ ਐਸੋਸੀਏਸ਼ਨ ਇਕੱਠੇ ਕਰਕੇ ਸਗੋਂ ਕਰੋਨਾ 'ਚ ਕਾਫੀ ਹੈਲਪ ਲੋਕਾਂ ਦੀ ਕੀਤੀ ਹੈ, ਬਟ ਸਰਕਾਰ ਵੱਲੋਂ ਕੋਈ ਇੰਨਾ ਵਧੀਆ ਸਾਨੂੰ ਰਿਸਪੌਂਸ ਨਹੀਂ ਮਿਲਿਆ ਕਰੋਨਾ। ਨਹੀਂ, ਬਿਲਕੁਲ ਸਹੀ ਹੈ ਜੀ, ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ, ਉਲਟਾ ਅਸੀਂ ਲੋਕ ਆਪਣੇ ਕੋਲੋਂ ਹੀ ਕਰੀਦਾ ਤੇ ਇਹ ਤਾਂ ਚੱਲਦਾ ਹੀ ਰਹਿਣਾ ਇੱਦਾਂ ਹੀ ਹੈ। ਵਪਾਰੀ ਹਮੇਸ਼ਾ ਹੀ ਪਿੱਛੇ ਹੀ ਪਾਇਆ ਗਿਆ ਤੇ ਪਿੱਛੇ ਹੀ ਰਹਿੰਦਾ। ਆਸ ਹੈ ਕਿ ਜਿਹੜੇ 2022 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ, ਕਾਂਗਰਸ ਪਾਰਟੀ ਵੀ ਆਪਣਾ ਮੈਨੀਫੈਸਟੋ ਲਿਆਏਗੀ, ਉਹਦੇ ਵਿੱਚ ਵੀ ਦਾਅਵੇ ਕਰੇਗੀ ਕਿ ਅਸੀਂ ਵਪਾਰੀਆਂ ਦੇ ਲਈ ਇਹ ਬੈਨੀਫਿਟ ਕਰਾਂਗੇ ਜੇ ਸਾਡੀ ਦੁਬਾਰਾ ਰਿਪੀਟ ਦੇ ਵਿੱਚ ਸਰਕਾਰ ਹੁੰਦੀ ਹੈ। ਅਕਾਲੀ ਦਲ ਬਸਪਾ ਵੱਲੋਂ ਵੀ ਨਵਾਂ ਮੈਨੀਫੈਸਟੋ ਆਏਗਾ, BJP ਵੱਲੋਂ ਵੀ ਮੈਨੀਫੈਸਟੋ ਆਏਗਾ। ਕਿਸ ਪਾਰਟੀ ਦੇ ਉੱਤੇ ਆਸ ਰੱਖਦੇ ਹੋ? ਦੇਖੋ ਜੀ, ਇਹ ਤਾਂ ਮੈਨੀਫੈਸਟੋ ਦੇਖ ਕੇ ਆਪਾਂ ਵਿਚਾਰ ਕਰਾਂਗੇ, ਬਟ ਪਿੱਛੇ ਬਾਦਲ ਸਾਹਿਬ ਨੇ ਵੀ ਕੁਝ ਨਹੀਂ ਕੀਤਾ। ਉਸ ਤੋਂ ਬਾਅਦ ਚਲੋ ਕਾਂਗਰਸ ਸਰਕਾਰ ਹੀ, ਇਹਨਾਂ ਨੇ ਫਿਰ ਵੀ ਥੋੜਾ ਬਹੁਤਾ ਕੀਤਾ। ਦੇਖੋ, ਅਗਰ ਵਧੀਆ ਕਰਨਗੇ ਤਾਂ ਸਾਰੇ ਬੰਦੇ ਇਹਨਾਂ ਨਾਲ ਚੱਲਣਗੇ, ਬਟ ਵਪਾਰੀਆਂ ਲਈ ਮੈਨੀਫੈਸਟੋ 'ਚ ਰੱਖਣਗੇ ਤੇ ਵਪਾਰੀ ਇਹਨਾਂ ਦੇ ਹੱਕ 'ਚ ਵੋਟ ਪਾਊਗਾ। ਕਿਵੇਂ ਦੇਖਦੇ ਹੋ ਕਿ ਤੁਸੀਂ ਇਸੇ ਚੀਜ਼ ਦੇ ਉੱਤੇ ਕਿ ਹੁਣ ਸਾਰੀਆਂ ਪਾਰਟੀਆਂ ਦਾ ਦੁਬਾਰਾ ਮੈਨੀਫੈਸਟੋ ਆਉਣਾ ਹੈ?
ਆਸ ਹੈ ਤੁਹਾਨੂੰ ਉਸ ਚੀਜ਼ ਦੇ ਉੱਤੇ? ਗੱਲ ਇਹ ਆ ਜੀ, ਜਿਹੜੀ ਵੀ ਪਾਰਟੀ ਨੂੰ ਮਾਰਕੀਟਿੰਗ ਵਧੀਆ ਕਰਨੀ ਆ ਗਈ, ਮਤਲਬ ਉਸ ਪਾਰਟੀ ਨੂੰ ਵੋਟਾਂ ਪੈ ਜਾਣਗੀਆਂ, ਉਹ ਪਾਰਟੀ ਜਿੱਤ ਜਾਏਗੀ। ਮਤਲਬ ਇਹ ਤਾਂ ਮਤਲਬ ਇਹਨਾਂ ਦੇ ਉੱਪਰ ਹੈ ਗੱਲ, ਕਿੱਦਾਂ ਦਾ ਮੈਨੀਫੈਸਟੋ ਦਿੰਦੀਆਂ, ਕਿੱਦਾਂ ਦਾ ਆਪਣਾ ਵਿਸ਼ਵਾਸ ਮਤਲਬ ਦਿਖਾਉਂਦੀਆਂ ਵਾ ਪਬਲਿਕ ਦੇ ਵਿੱਚ। ਜਿਹਨੂੰ ਜ਼ਿਆਦਾ ਵਧੀਆ ਮਾਰਕੀਟਿੰਗ ਕਰਨੀ ਆ ਗਈ, ਮਤਲਬ ਉਹ ਆਪਣਾ ਜੇਤੂ ਹੋਏਗਾ। ਪਿਛਲੇ ਥੋੜੇ ਦਿਨ ਪਹਿਲੇ ਸੁਖਵੀਰ ਬਾਦਲ ਹੁਣੀ ਵੀ ਇਸ ਮਾਰਕੀਟ ਦੇ ਵਿੱਚੋਂ ਲੰਘ ਕੇ ਵਪਾਰੀਆਂ ਨੂੰ ਮਿਲ ਕੇ ਗਏ ਹੋ। ਕੀ ਲੱਗਦਾ ਹੈ ਕਿ ਐਤਕੀ ਸੁਖਵੀਰ ਬਾਦਲ ਹੁਣੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਆਸ ਹੈ ਉਹਨਾਂ ਦੇ ਉੱਤੇ ਕੋਈ? ਗੱਲ ਇਹ ਹੈ ਜੀ, ਮੈਂ ਤਾਂ ਤੁਹਾਨੂੰ ਵਾਰ-ਵਾਰ ਇੱਕੋ ਹੀ ਗੱਲ ਕਹਿ ਰਿਹਾ ਵਾਂ, ਜਿਹੜੀ ਵੀ ਪਾਰਟੀ ਜਦੋਂ ਇਲੈਕਸ਼ਨ ਸਟੰਟ ਹੁੰਦਾ ਵਾ, ਇਲੈਕਸ਼ਨ ਆਉਂਦੇ ਆ, ਸਾਰੀਆਂ ਹੀ ਪਾਰਟੀਆਂ ਵਪਾਰੀਆਂ ਕੋਲ ਆਉਂਦੀਆਂ ਵਾ ਔਰ ਸਾਰੇ ਵਾਅਦੇ ਕਰਦੀਆਂ ਵਾ, ਲੇਕਿਨ ਉਹ ਵਾਅਦੇ ਕਦੇ ਵੀ ਮਤਲਬ ਜੋ ਮੈਨੀਫੈਸਟੋ ਦਿੰਦੀਆਂ, ਜੋ ਵਾਅਦੇ ਕਰਦੀਆਂ, ਕਦੇ ਪੂਰੇ ਨਹੀਂ ਹੋਏ। ਉਹ ਬਸ ਉਸ ਵੇਲੇ ਹੀ ਆਉਂਦੇ ਆ, ਉਸ ਤੋਂ ਬਾਅਦ ਸਾਨੂੰ 5 ਸਾਲਾਂ ਬਾਅਦ ਹੀ ਨਜ਼ਰ ਆਉਂਦੇ ਆ। ਵੈਸੇ ਕੋਈ ਵੀ ਪਾਰਟੀ ਦੇ ਲੀਡਰ ਬਹੁਤ ਘੱਟ ਹੁੰਦੇ ਆ ਜਿਹੜੇ ਆਮ ਪਬਲਿਕ ਦੇ ਵਿੱਚ ਵਿਚਰਦੇ ਆ। ਜਿਹੜਾ ਪਬਲਿਕ ਦੇ ਵਿੱਚ ਵਿਚਰੇਗਾ, ਜਿਹੜਾ ਮਤਲਬ ਪਬਲਿਕ ਦੀ ਗੱਲ ਸੁਣੇਗਾ, ਉਹੀ ਵੋਟਾਂ ਦਾ ਹੱਕਦਾਰ ਹੋਏਗਾ, ਉਹੀ ਜੇਤੂ ਕਰਾਰ ਦਿੱਤਾ ਜਾਏਗਾ। ਤੁਹਾਡੀ ਦਿੱਲੀ ਦੇ ਵਪਾਰੀਆਂ ਦੇ ਨਾਲ ਗੱਲਬਾਤ ਹੁੰਦੀ ਹੋਣੀ ਹੈ ਕਿ ਤੁਸੀਂ ਆਪਸ ਦੇ ਵਿੱਚ ਲੈਣ ਦੇਣ ਤੁਹਾਡਾ ਚੱਲਦਾ ਹੈ। ਹਾਂਜੀ ਹਾਂਜੀ। ਉੱਥੇ ਦੇ ਵਪਾਰੀਆਂ ਨੇ ਉੱਥੇ ਦੀ ਸਰਕਾਰ ਦੇ ਬਾਰੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਕਿ ਉੱਥੇ ਦੇ ਵਪਾਰੀਆਂ ਨੂੰ ਫਾਇਦਾ ਦੇ ਰਹੀ ਹੈ ਉੱਥੇ ਦੀ ਸਰਕਾਰ? ਦੇਖੋ ਜੀ, ਮਤਲਬ ਇੱਕ ਚੀਜ਼ ਤਾਂ ਇਹ ਤਾਂ ਮੰਨਣੀ ਪਏਗੀ ਵੀ ਉੱਥੇ ਦੇ ਵਪਾਰੀ ਬਹੁਤ ਸੰਤੁਸ਼ਟ ਨੇ। ਮਤਲਬ ਕੋਈ ਚੀਜ਼ਾਂ ਚੰਗੀਆਂ ਲੱਗੀਆਂ ਵਾ, ਮਤਲਬ ਅਗਰ ਤਾਂ ਹੀ ਤੀਸਰੀ ਵਾਰ ਸਰਕਾਰ ਰਿਪੀਟ ਹੋਈ ਆ। ਅਗਰ ਉਹਨਾਂ ਦੇ ਕੰਮ ਵਰਕਿੰਗ ਉਹਨਾਂ ਦੀ ਵਧੀਆ ਨਾ ਹੋਵੇ, ਮਤਲਬ ਦਿੱਲੀ ਦੀ ਜਨਤਾ ਜਿਹੜੀ ਸਭ ਤੋਂ ਪੜ੍ਹੀ ਲਿਖੀ ਜਨਤਾ ਵਾ, ਨਹੀਂ ਤਾਂ ਮਤਲਬ ਉਹ ਨਕਾਰ ਕੇ ਰੱਖ ਦਿੰਦੀ। ਅਗਰ ਮਤਲਬ ਉਹਨਾਂ ਦੀਆਂ ਕੋਈ ਉਹਨਾਂ ਦੇ ਵਾਅਦੇ, ਉਹਨਾਂ ਦੇ ਮੈਨੀਫੈਸਟੋ, ਉਹਨਾਂ ਦੀਆਂ ਕੋਈ ਗੱਲਾਂ ਚੰਗੀਆਂ ਲੱਗੀਆਂ ਤਾਂ ਤੀਸਰੀ ਵਾਰ ਸਰਕਾਰ ਰਿਪੀਟ ਹੋਈ ਆ। ਸੋ ਮੈਂ ਤਾਂ ਇਹੀ ਕਹਿੰਦਾ ਵਾਂ, ਇਹ ਉਹਨਾਂ ਨੂੰ ਦੇਖ ਕੇ ਇੱਥੇ ਵੀ ਜਿਹੜੀ ਸਰਕਾਰ ਬਣੇ, ਮਤਲਬ ਉਹ ਇੱਕ ਚੰਗੀ ਸਰਕਾਰ ਬਣਨੀ ਚਾਹੀਦੀ ਆ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ। ਜੈ ਹਿੰਦ, ਜੈ ਭਾਰਤ। ਸੋ ਬਿਲਕੁਲ ਜਿਵੇਂ ਵਪਾਰੀ ਵਰਗ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਸਰਕਾਰ ਨੇ ਕੁਛ ਨਹੀਂ ਕੀਤਾ ਵਪਾਰੀਆਂ ਲਈ, ਚਾਹੇ ਉਹ ਅਕਾਲੀ ਦਲ ਦੀ ਹੋਵੇ, ਚਾਹੇ ਕਾਂਗਰਸ ਦੀ ਹੋਵੇ। ਆਸ ਉਹਨਾਂ ਨੇ ਇੱਕ ਨਿਸ਼ਾਨਾ ਦਿੱਤਾ ਹੈ ਕਿ ਅਸੀਂ ਸੋਚਦੇ ਹਾਂ ਕਿ ਦਿੱਲੀ ਦੇ ਵਿੱਚ ਤੀਸਰੀ ਵਾਰ ਪਾਰਟੀ ਬਣੀ ਹੈ। ਸੋ ਦੇਖਦੇ ਹਾਂ ਕਿ ਕਿਹੜੀ ਆਉਣ ਵਾਲੀ ਸਰਕਾਰ ਹੋਏਗੀ, ਉਹ ਵਪਾਰੀਆਂ ਦੇ ਹਿੱਤ ਦੇ ਵਿੱਚ ਹੁੰਦੀ ਹੈ ਤੇ ਅਸੀਂ ਉਹਨੂੰ ਹੀ ਵੋਟ ਪਾਵਾਂਗੇ, ਕਿਉਂਕਿ ਵਪਾਰੀ ਵਰਗ ਹੀ ਇਲੈਕਸ਼ਨਾਂ ਦੇ ਵਿੱਚ ਕਾਫੀ ਮਦਦ ਕਰਦੀ ਹੈ ਸਰਕਾਰ ਦੀ, ਚਾਹੇ ਪ੍ਰਚਾਰ ਨੂੰ ਲੈ ਕੇ ਪੈਸਾ ਇਨਵੈਸਟ ਕਰਦੀ ਹੈ। ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜੇ ਉਹ ਉਹਨਾਂ ਦੀ ਸਰਕਾਰ ਬਣਦੀ ਹੈ ਤੇ ਵਪਾਰੀ ਵਰਗ ਦੇ ਲਈ ਵੀ ਕੋਈ ਨਾ ਕੋਈ ਫਾਇਦਾ ਲੈ ਕੇ ਆਵੇ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵਪਾਰੀ ਲੋਕ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਨੇ ਤੇ ਕਿਹੜੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਪੰਜਾਬ ਦੇ ਵਿੱਚ ਬਣਦੀ ਆ। ਜਲੰਧਰ ਤੋਂ ਕੈਮਰਾਮੈਨ ਸ਼ੁਭਮ ਗਿੱਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਸੰਤਾਨ ਪ੍ਰਾਪਤੀ, ਕਾਰੋਬਾਰ ਵਿੱਚ ਘਾਟਾ, ਵਿਦੇਸ਼ ਯਾਤਰਾ ਵਿੱਚ ਦੇਰੀ, ਪਤੀ ਪਤਨੀ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਨਾ ਲੱਗਣਾ, ਪ੍ਰੇਮ ਪਿਆਰ ਸਿਰੇ ਨਾ ਚੜ੍ਹਨਾ, ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਇੱਕ ਵਾਰ ਫੋਨ ਜ਼ਰੂਰ ਕਰੋ, ਤੁਹਾਡਾ ਇੱਕ ਫੋਨ ਬਦਲ ਸਕਦਾ ਤੁਹਾਡੀ ਜ਼ਿੰਦਗੀ। ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ। ਫੋਨ ਨੰਬਰ 9876800768